गुरु नानक अंगद गुरु। अमरदास पद बंद। रामदास अर्जन गुरु। बार श्री हरि गोबिंद। हर राय हर कृष्ण गुर। तेग बहादुर चंद। दसवें गोबिंद सिंह गुर। नमो चरण अरविंद। जिसमें है अमृत ज्ञान है। माणक भगत विराग। गुरु ग्रंथ साहिब उद्धत। बंदों कर अनुराग। श्री गुरु शब्द कमाए जिन। जीते पंच विकार। तिन संतन को बंदना। सिर चरणन पर तार। एकंकारा सतगुरु। तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जीओ। दोहरा दिजबर खेड़ा सोयरी। दुर्गा भगत विशाल। नित प्रत पूजा बहु करे। तरे ज्ञान सब काल। दिजबर खेड़ा सोयरी। दुर्गा भगत विशाल। वाहिगुरु जी का खालसा वाहिगुरु जी की फतेह। साहिब आलम ज्ञान स्वरूप चबर छतर तखत दे मालिक। जुगो जुग अटल। धन धन आद सतगुरु। श्री गुरु ग्रंथ साहिब महाराज जियां दी अपार बख्शिश हो रही है। संध्या समय दे सुंदर दीवान सज रहे ने। सजे हुए दीवाना अंदर वडभागी सिख संगतां ने हाजरी भरदियां होया अमृतमयी बाणी दा नितनेम। उपरंत गुरु घर दे कीर्तनियां दी पावन पवित्र रसना तो अमृतमयी बाणी दा निरोल हर जस कीर्तन सरवण कीता है। सतगुरु पातशाह जियां दी अपार बख्शिश हो रही है।
ਜੋ ਇਸ ਅਸਥਾਨ ਤੇ ਸਤਿਗੁਰਾਂ ਦੇ ਪਾਵਨ ਜੀਵਨ ਦੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੇ ਸਨਮੁਖ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਸ ਮਹਾਨ ਰਚਨਾ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਵਿੱਤਰ ਜੀਵਨ ਆਪਾਂ ਲੜੀਵਾਰ ਕਥਾ ਦੇ ਰੂਪ ਵਿੱਚ ਸਰਵਣ ਕਰਦੇ ਹਾਂ। ਇਸ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੁਆਰਾ ਆਪਾਂ ਸਰਵਣ ਕਰ ਚੁੱਕੇ ਹਾਂ ਸੇਵਾ ਦੀ ਮੂਰਤ, ਨਿਮਰਤਾ ਦੇ ਸਰੂਪ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਹਨ। ਅਨੇਕਾਂ ਸਿੱਖ ਸੰਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜ ਰਹੇ ਨੇ। ਜਿੱਥੇ ਸਤਿਗੁਰੂ ਜੀ ਸੇਵਾ, ਸਿਮਰਨ, ਸ਼ਰਧਾ, ਭਾਵਨਾ, ਆਤਮਿਕ ਗਿਆਨ ਆਦਿਕ ਦੇਵੀ ਬਖਸ਼ਿਸ਼ਾਂ ਕਰ ਰਹੇ ਨੇ, ਉੱਥੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰਕ ਪਦਾਰਥਾਂ ਦੀ ਬਖਸ਼ਿਸ਼ ਕਰਦਿਆਂ ਹੋਇਆ ਸਰੀਰਕ ਔਰ ਮਾਨਸਿਕ ਦੁੱਖਾਂ ਦੀ ਨਿਵ੍ਰਿੱਤੀ ਵੀ ਕਰਾ ਰਹੇ ਨੇ। ਪਿਛਲੇ ਅਧਿਆਏ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਇੱਕ ਐਸੀ ਸਰੀਰਕ ਹਾਲਤ ਵਾਲਾ ਜਿਸ ਦੇ ਸਰੀਰ ਨੂੰ ਕੁਸ਼ਟ ਰੋਗ ਹੈ, ਕੋਹੜ ਦਾ ਰੋਗ ਹੈ, ਸਰੀਰ ਵਿੱਚੋਂ ਲਹੂ ਵਗ ਰਿਹਾ ਹੈ, ਪਾਕ ਵਗ ਰਹੀ ਹੈ, ਜਿਸ ਨੂੰ ਸਾਰੇ ਨਫ਼ਰਤ ਕਰਦੇ ਨੇ, ਐਸਾ ਵਿਅਕਤੀ ਜਿਸ ਦਾ ਪਹਿਲਾ ਨਾਮ ਹੈ ਪ੍ਰੇਮਾ, ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆ ਕੇ ਇਸ ਦੇ ਕੋਹੜ ਦਾ ਰੋਗ ਦੂਰ ਹੋਇਆ। ਸਤਿਗੁਰਾਂ ਨੇ ਇਸ ਦਾ ਨਾਮ ਮੁਰਾਰੀ ਰੱਖਿਆ ਹੈ ਔਰ ਗੁਰੂ ਕੇ ਸਿੱਖ ਭਾਈ ਸ਼ੀਹੇ ਉਪਲ ਦੀ ਲੜਕੀ ਨਾਲ ਇਸ ਦਾ ਵਿਆਹ ਵੀ ਕੀਤਾ ਹੈ ਔਰ ਮਥੋ ਮੁਰਾਰੀ ਕਹਿ ਕੇ ਸਤਿਗੁਰਾਂ ਨੇ ਅਨੰਤ ਬਖਸ਼ਿਸ਼ਾਂ ਆਪਣੇ ਦਰੋਂ ਘਰੋਂ ਇਹਨਾਂ ਨੂੰ ਦਿੱਤੀਆਂ ਨੇ। ਇਹ ਆਨੰਦਮਈ ਵਿਚਾਰ ਆਪਾਂ ਪਿਛਲੇ ਅਧਿਆਏ ਵਿੱਚ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪ੍ਰਕਾਰ ਬਖਸ਼ਿਸ਼ਾਂ, ਜਿਸ ਪ੍ਰਕਾਰ ਰਹਿਮਤਾਂ ਵਰਤਾ ਰਹੇ ਨੇ, ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਮਨ ਚਿੱਤ ਵ੍ਰਿਤੀਆਂ ਦੀ ਇਕਾਗਰਤਾ ਨਾਲ ਇਸ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਦੋਹਰਾ ਤਿਜ ਪਰ ਖੇਡਾ ਸੋਇ ਰਹੀ ਦੁਰਗਾ ਭਗਤ ਵਿਸਾਲ। ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਦਾ 61 ਨੰਬਰ ਅਧਿਆਇ ਪ੍ਰਾਰੰਭ ਹੋ ਰਿਹਾ ਹੈ। ਇਸ ਅਧਿਆਇ ਦੇ ਆਰੰਭ ਵਿੱਚ ਸਾਧ ਸੰਗਤ ਜੀ ਇੱਕ ਬ੍ਰਾਹਮਣ ਦੀ ਕਥਾ ਭਾਈ ਸੰਤੋਖ ਸਿੰਘ ਸਾਹਿਬ ਲਿਖ ਰਹੇ ਨੇ, ਜਿਸ ਦਾ ਨਾਮ ਹੈ ਖੇਡਾ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ, ਖੇਡਾ ਸੋਇਨੀ ਕਰਕੇ।
ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਸਿੱਖ ਬਣਿਆ ਹੈ। ਪਰ ਇਸ ਦਾ ਜਿਹੜਾ ਪਹਿਲਾ ਜੀਵਨ ਹੈ, ਇਸ ਦੀ ਜਿਹੜੀ ਪਹਿਲੀ ਅਵਸਥਾ ਹੈ, ਉਹ ਇੱਥੇ ਦੱਸੀ ਹੈ। ਕਿਵੇਂ ਇਸ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਕਿਵੇਂ ਇਸ ਨੂੰ ਇਹ ਆਤਮਿਕ ਅਵਸਥਾ ਪ੍ਰਾਪਤ ਹੋਈ। ਸੋ ਭਾਈ ਸੰਤੋਖ ਸਿੰਘ ਸਾਹਿਬ ਇਸ ਦੋਹਰੇ ਵਿੱਚ ਲਿਖਦੇ ਨੇ, ਦਿਜਬਰ ਖੇਡਾ ਸੋਇਰੀ ਦੁਰਗਾ ਭਗਤ ਵਿਸ਼ਾਲ। ਕਹਿੰਦੇ ਇਹ ਦਿਜਬਰ ਜਿਹੜਾ ਜਾਤ ਦਾ ਬ੍ਰਾਹਮਣ ਹੈ, ਇਸ ਦਾ ਨਾਮ ਹੈ ਖੇਡਾ। ਖੇਡਾ ਸੋਇਨੀ ਇਸ ਨੂੰ ਕਹਿੰਦੇ ਨੇ। ਔਰ ਕਹਿੰਦੀ ਦੁਰਗਾ ਦੇਵੀ ਦਾ ਬਹੁਤ ਵੱਡਾ ਭਗਤ ਹੈ, ਬੜਾ ਵੱਡਾ ਸ਼ਰਧਾਲੂ ਹੈ। ਨਿਤ ਪ੍ਰਤ ਪੂਜਾ ਬਹੁ ਕਰੇ, ਧਰੇ ਗਿਆਨ ਸਭ ਕਾਲ। ਕਹਿੰਦੇ ਨਿਤ ਪ੍ਰਤੀ ਦੇਵੀ ਦੀ ਪੂਜਾ ਕਰਦਾ, ਅਰਚਨਾ ਕਰਦਾ ਹੈ, ਔਰ ਬਹੁਤ ਗਿਆਨ ਵੀ ਹੈ ਇਸ ਨੂੰ। ਪਰ ਸਾਧ ਸੰਗਤ ਜੀ, ਇਹ ਸਾਰੀਆਂ ਵੱਖ-ਵੱਖ ਜਗਿਆਸੂ ਦੀਆਂ ਅਵਸਥਾਵਾਂ ਹੁੰਦੀਆਂ ਨੇ। ਪਹਿਲੀ ਅਵਸਥਾ ਜਿਹੜੀ ਹੈ, ਇਹਦੇ ਵਿੱਚ ਕਰਮ ਹੁੰਦਾ ਹੈ। ਕਰਮ ਤੋਂ ਅੱਗੇ ਉਪਾਸ਼ਨਾ ਹੈ, ਉਪਾਸ਼ਨਾ ਤੋਂ ਅੱਗੇ ਗਿਆਨ ਹੈ। ਤੇ ਗਿਆਨ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਪ੍ਰੋਕਸ਼ ਗਿਆਨ ਤੇ ਅਪਰੋਕਸ਼ ਗਿਆਨ। ਸੋ ਇਸ ਪ੍ਰਕਾਰ ਇਹ ਦੇਵੀ ਦੀ ਆਰਾਧਨਾ ਕਰਨ ਵਾਲਾ ਹੈ, ਦੇਵੀ ਦੀ ਪੂਜਾ ਕਰਦਾ ਹੈ, ਔਰ ਕਰਮ ਤੇ ਉਪਾਸ਼ਨਾ ਦੀ ਪ੍ਰਾਪਤੀ ਕਰਕੇ ਕਹਿੰਦੇ ਇਸ ਨੂੰ ਕੁਝ ਕੁ ਹੱਦ ਤੱਕ ਗਿਆਨ ਦੀ ਵੀ ਪ੍ਰਾਪਤੀ ਹੋਈ ਹੈ, ਪਰ ਆਤਮਿਕ ਗਿਆਨ ਤੱਕ, ਆਤਮਿਕ ਅਵਸਥਾ ਤੱਕ ਨਹੀਂ ਪਹੁੰਚਿਆ। ਕਿਉਂਕਿ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ, ਸ਼੍ਰੋਮਣੀ ਭਗਤ ਸ਼੍ਰੀ ਨਾਮਦੇਵ ਮਹਾਰਾਜ ਜੀਆਂ ਦੀ ਬਾਣੀ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਕਹਿੰਦੇ ਜੋ ਭਵਾਨੀ ਹੈ, ਦੁਰਗਾ ਹੈ ਜਾਂ ਦੇਵੀ ਹੈ, ਇਸ ਦੇ ਬੜੇ ਉਪਾਸ਼ਕ ਨੇ, ਬੜੇ ਲੋਕ ਸ਼ਰਧਾ ਭਾਵਨਾ ਨਾਲ ਦੇਵੀ ਦੀ ਪੂਜਾ ਅਰਚਨਾ ਕਰਦੇ ਨੇ। ਮਹਾਰਾਜ ਕਹਿੰਦੇ ਉਹ ਇਉਂ ਵੀ ਕਹਿੰਦੇ ਨੇ ਕਿ ਸਾਨੂੰ ਇੱਥੋਂ ਬੜਾ ਕੁਝ ਪ੍ਰਾਪਤ ਹੋਇਆ ਹੈ, ਪਰ ਸ਼੍ਰੀ ਨਾਮਦੇਵ ਮਹਾਰਾਜ ਕਹਿੰਦੇ ਦੇਵੀ ਦੀ ਆਰਾਧਨਾ ਕਰਕੇ ਆਤਮਿਕ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ, ਆਤਮਿਕ ਗਿਆਨ ਹਾਸਲ ਨਹੀਂ ਹੁੰਦਾ, ਹੋਰ ਕੁਝ ਭਾਵੇਂ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਬਚਨ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਇਉਂ ਕਹਿੰਦੇ ਜਿਹੜਾ ਇਹ ਖੇਡਾ ਸੋਇਨੀ ਹੈ, ਇਹ ਕਰਮ ਉਪਾਸ਼ਨਾ ਦੇ ਵਿੱਚ ਹੈ, ਕੁਝ ਹੱਦ ਤੱਕ ਗਿਆਨ ਵੀ ਹੈ, ਪਰ ਆਤਮਿਕ ਅਵਸਥਾ ਦੀ ਪ੍ਰਾਪਤੀ ਨਹੀਂ ਹੋਈ। ਚਾਉ ਪਈ ਨਰ ਸਮੁਦਾਇ ਮਿਲਾ ਟਿਕ ਆਵੈ। ਇਉਂ ਕਹਿੰਦੇ ਬਹੁਤ ਸਾਰੇ ਹੋਰ ਸ਼ਰਧਾਲੂਆਂ ਦਾ ਜੱਥਾ ਲੈ ਕੇ ਇਹ ਦੇਵੀ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ। ਸ਼੍ਰੀ ਦੁਰਗਾ ਕੇ ਦਰਸ਼ਨ ਜਾਵੈ। ਦੁਰਗਾ ਦੇ ਦਰਸ਼ਨਾਂ ਵਾਸਤੇ ਕਹਿੰਦੇ ਅਕਸਰ ਹੀ ਇਹ ਯਾਤਰਾ ਕਰਦਾ ਹੈ। ਸੰਮਤ ਵਹਿ ਜੁਗ ਯਾਤਰਾ ਕਰਹੀ। ਯੁਗ ਦਾ ਅਰਥ ਹੁੰਦਾ ਹੈ ਦੋ, ਸੰਮਤ ਕਹਿੰਦੇ ਸਾਲ ਨੂੰ, ਕਹਿੰਦੇ ਘੱਟੋ ਘੱਟ ਸਾਲ ਦੇ ਵਿੱਚ 2 ਵਾਰੀ ਤਾਂ ਇਹ ਦੇਵੀ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਹੈ। ਨਿਰਜਲ ਨਿਰਾਹਾਰ ਬ੍ਰਤ ਧਰਹੀ। ਫਿਰ ਕਹਿੰਦੇ ਨਿਰਜਲ ਨਿਰਾਹਾਰ ਰਹਿੰਦਾ ਹੈ, ਇਸ ਤਰ੍ਹਾਂ ਦਾ ਵਰਤ ਰੱਖਦਾ ਹੈ। ਨਿਰਜਲ ਇਹ ਪਾਣੀ ਦੀ ਘੁੱਟ ਵੀ ਨਹੀਂ ਪੀਂਦਾ ਜਦੋਂ ਵਰਤ ਰੱਖਦਾ ਹੈ। ਫਿਰ ਨਿਰਾਹਾਰ ਕਹਿੰਦੇ ਭੋਜਨ ਵੀ ਨਹੀਂ ਖਾਂਦਾ ਹੈ, ਭੁੱਖਾ ਰਹਿੰਦਾ ਹੈ। ਇਸ ਤਰ੍ਹਾਂ ਦੇ ਵਰਤ ਆਦਿਕ ਵੀ ਇਹ ਬ੍ਰਾਹਮਣ ਰੱਖਦਾ ਹੈ। ਇੱਕ ਵਾਰੀ ਯਾਤਰਾ ਕੋ ਚਲਿਓ। ਕਹਿੰਦੇ ਇੱਕ ਵਾਰੀ ਕੀ ਹੋਇਆ ਹੈ ਕਿ ਦੇਵੀ ਦੇ ਦਰਸ਼ਨਾਂ ਵਾਸਤੇ ਕੁਝ ਸ਼ਰਧਾਲੂ ਯਾਤਰੂਆਂ ਦਾ ਜੱਥਾ ਲੈ ਕੇ ਇਹ ਜਾ ਰਿਹਾ ਹੈ। ਇਸਕੇ ਸੰਗ ਬ੍ਰਿੰਦ ਨਰ ਮਿਲਿਓ। ਬ੍ਰਿੰਦ ਨਾਮ ਬਹੁਤ, ਕਹਿੰਦੇ ਇਹਦੇ ਨਾਲ ਹੋਰ ਵੀ ਇਹਦੇ ਸੱਜਣ ਮਿੱਤਰ ਜਾਂ ਹੋਰ ਵੀ ਸੰਬੰਧੀ ਹੋਰ ਵੀ ਸ਼ਰਧਾਲੂ ਨੇ। ਬੜਾ ਵੱਡਾ ਇਉਂ ਇਹ ਜਥਾ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ। ਚਲਤ ਪੰਥ ਮੈਂ ਗੁਰਪੁਰ ਆਵਾ। ਅਰਬੀ ਦਾ ਲਫ਼ਜ਼ ਹੈ ਪੰਥ, ਪੰਥ ਮੈਂ ਨਾ ਰਸਤਾ।
ਕਹਿੰਦੇ ਕੋਈ ਪੂਰਬਲਾ ਕਰਮ ਜਾਗਿਆ, ਇਹ ਹੁਣ ਜਦੋਂ ਜਥਾ ਲੈ ਕੇ ਜਾ ਰਿਹਾ ਦੇਵੀ ਦੇ ਦਰਸ਼ਨਾਂ ਨੂੰ, ਕਹਿੰਦੇ ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਇਹ ਅਸਥਾਨ ਆਇਆ ਸ਼੍ਰੀ ਗੋਇੰਦਵਾਲ ਸਾਹਿਬ ਵਾਲਾ। ਕਹਿੰਦੇ ਇੱਥੋਂ ਦੀ ਲੰਘ ਰਿਹਾ ਹੈ। ਦਰਸ਼ਨ ਕਰਬੇ ਕੋ ਲਲਚਾਵਾ, ਕਹਿੰਦੇ ਸੁਭਾਵਕ ਹੀ ਇਹਦੇ ਮਨ ਵਿੱਚ ਖਿਆਲ ਆ ਗਿਆ ਕਿ ਕਿਉਂ ਨਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵੀ ਸਤਿਗੁਰੂ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਜਾਈਏ, ਕਿਉਂਕਿ ਸਤਿਗੁਰਾਂ ਦੀ ਮਹਿਮਾ ਨੂੰ ਇਸਨੇ ਸੁਣ ਰੱਖਿਆ ਹੈ ਕਿ ਕਿਵੇਂ ਸਤਿਗੁਰੂ ਜੀ ਦੀਨਾਂ ਤੇ ਨਿਮਾਣਿਆਂ ਤੇ ਗਰੀਬਾਂ ਤੇ ਬਖਸ਼ਿਸ਼ਾਂ ਕਰ ਰਹੇ ਨੇ, ਕਿਵੇਂ ਕੋੜੀਆਂ ਦੇ ਕੋੜ ਨੂੰ ਦੂਰ ਕਰਦੇ ਨੇ, ਕਿਵੇਂ ਮੁਰਦਿਆਂ ਦੇ ਵਿੱਚ ਜ਼ਿੰਦਗੀਆਂ ਭਰ ਰਹੇ ਨੇ, ਕਿੰਨੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਇਹ ਸਤਿਗੁਰਾਂ ਦੀ ਉਸਤਤ, ਸਤਿਗੁਰਾਂ ਦੀ ਮਹਿਮਾ ਨੂੰ ਜਾਣਦਾ ਹੈ। ਤੋ ਕੋਈ ਪੂਰਬਲਾ ਕਰਮ ਜਾਗਿਆ, ਮਹਾਰਾਜ ਜੀ ਦਾ ਬਚਨ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪੂਰਬਲਾ ਕਰਮ ਜਾਗਦਾ ਹੈ, ਉਦੋਂ ਹੀ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਸਮਾਂ ਮਿਲਦਾ ਹੈ। ਇਹ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਸਤਿਗੁਰੂ ਦੀ ਸੰਗਤ ਵਿੱਚ ਆ ਜਾਈਏ। ਜਿਸ ਤਰ੍ਹਾਂ ਭੱਟ ਜਨਾਂ ਨੇ ਵੀ ਬੇਨਤੀ ਕੀਤੀ ਹੈ, ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁ ਧਾਇਓ। ਹੇ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਜਿੰਨਾ ਚਿਰ ਸਾਡੇ ਮੱਥੇ ਦੇ ਭਾਗ ਜਾਗੇ ਨਹੀਂ ਸਨ, ਅਸੀਂ ਸੰਸਾਰ ਵਿੱਚ ਭਟਕਦੇ ਰਹੇ, ਭਰਮਦੇ ਰਹੇ, ਕੋਈ ਆਤਮਿਕ ਗਿਆਨ, ਕੋਈ ਆਤਮਿਕ ਸ਼ਾਂਤੀ ਪ੍ਰਾਪਤ ਨਾ ਹੋਈ। ਤੇ ਜਦੋਂ ਸਾਡੇ ਪੂਰਬਲੇ ਕਰਮ ਜਾਗੇ, ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ, ਤੇ ਇੱਥੇ ਆ ਕੇ ਸਾਡੀ ਨਿਸ਼ਠਾ ਹੋ ਗਈ ਹੈ। ਸੋ ਇਉਂ ਕਹਿੰਦੇ ਜਦੋਂ ਕੋਈ ਪੂਰਬਲਾ ਕਰਮ ਜਾਗਦਾ ਹੈ ਨਾ, ਤਾਂ ਸੰਗਤ ਵਿੱਚ ਆਉਣ ਦਾ, ਸੰਗਤ ਵਿੱਚ ਬੈਠਣ ਦਾ, ਗੁਰੂ ਦੇ ਬਚਨ ਨੂੰ ਪੜ੍ਹਨ ਤੇ ਸੁਣਨ ਦਾ ਸਮਾਂ ਮਿਲਦਾ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਉਂ ਨਹੀਂ ਸਮਝਣਾ ਕਿ ਚਲੋ ਅੱਜ ਅਸੀਂ ਫ੍ਰੀ ਸੀ, ਅੱਜ ਕੋਈ ਕੰਮ ਨਹੀਂ ਸੀ, ਅਸੀਂ ਸੋਚਿਆ ਚਲੋ ਸੰਗਤ ਵਿੱਚ ਚਲੇ ਜਾਈਏ। ਕਹਿੰਦੇ ਨਹੀਂ, ਕਿਉਂਕਿ ਫ੍ਰੀ ਤਾਂ ਬਹੁਤ ਦੁਨੀਆ, ਸਾਰੀ ਦੁਨੀਆ ਹੀ ਫ੍ਰੀ ਹੈ, ਪਰ ਇੱਥੇ ਤਾਂ ਗਿਣਤੀ ਦੇ ਸਰੀਰ ਆਉਂਦੇ ਨੇ। ਇਹਦੇ ਪਿੱਛੇ ਕਾਰਨ ਇਹੀ ਹੈ ਕਿ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਕੋਈ ਪੂਰਬਲਾ ਕਰਮ ਜਾਗਦਾ ਹੈ, ਉਦੋਂ ਸਤਿਗੁਰੂ ਦੀ ਸੰਗਤ ਵਿੱਚ ਆਉਣ ਦਾ, ਬੈਠਣ ਦਾ, ਪੜ੍ਹਨ ਸੁਣਨ ਦਾ ਸਮਾਂ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਕਿ ਜਿਹੜਾ ਖੇਡਾ ਸੋਇਨੀ ਦਿਜਬਰ ਹੈ, ਬ੍ਰਾਹਮਣ ਹੈ, ਇਸ ਦਾ ਕੋਈ ਪੂਰਬਲਾ ਕਰਮ ਜਾਗਿਆ, ਇਸ ਦੇ ਮਨ ਅੰਦਰ ਖਿਆਲ ਆਇਆ ਕਿ ਹੁਣ ਇੱਥੋਂ ਜਾ ਰਹੇ ਹਾਂ, ਕਿਉਂ ਨਾ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਹੀ ਚੱਲੀਏ। ਭਇਓ ਠਾਂਡ ਜਬ ਗੁਰ ਕੇ ਦਵਾਰੇ, ਠਾਠ ਦਾ ਅਰਥ ਹੁੰਦਾ ਸਾਧ ਸੰਗਤ ਜੀ ਖੜਾ ਹੋਣਾ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਸਿਰ ਉੱਪਰ ਠਾਡਾ ਗੁਰ ਸੂਰਾ। ਠਾਡਾ ਦਾ ਅਰਥ ਹੈ ਖੜਾ ਹੋਣਾ। ਇਉਂ ਕਹਿੰਦੇ ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਹਿਰ ਦੇ ਅੰਦਰ, ਨਗਰ ਦੇ ਅੰਦਰ ਪ੍ਰਵੇਸ਼ ਹੋਏ ਨੇ, ਔਰ ਜਿੱਥੇ ਸਤਿਗੁਰਾਂ ਦਾ ਪਾਵਨ ਅਸਥਾਨ ਹੈ, ਗੁਰੂ ਘਰ ਹੈ, ਉਸ ਗੁਰੂ ਘਰ ਦੇ ਅੱਗੇ ਦਰਸ਼ਨੀ ਡਿਉੜੀ ਤੇ ਜਿਸ ਵੇਲੇ ਪਹੁੰਚੇ ਹਨ, ਤਬ ਸਿੱਖਨ ਇਮ ਬਾਕ ਉਚਾਰੇ। ਉਸ ਵੇਲੇ ਗੁਰੂ ਕੇ ਹਜ਼ੂਰੀ ਸੇਵਕ ਸਿੱਖਾਂ ਨੇ ਇਸ ਜਥੇ ਨੂੰ, ਜੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ, ਇਹਨਾਂ ਨੂੰ ਉਹਨਾਂ ਗੁਰੂ ਕੇ ਸਿੱਖਾਂ ਨੇ ਇਸ ਤਰ੍ਹਾਂ ਕਿਹਾ ਹੈ, ਗੁਰ ਆਗਿਆ ਕੋ ਸੁਨਬੇ ਕਰਿ ਹੈ। ਉਸ ਵੇਲੇ ਕਹਿਣ ਲੱਗੇ, ਸਾਧ ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਹੁਕਮ ਹੈ, ਸਤਿਗੁਰਾਂ ਦੀ ਇਸ ਤਰ੍ਹਾਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਦੀ ਤਾਈਂ ਆਗਿਆ ਹੈ ਬਹੁਰ ਨਿਕੇਤ ਪੌਰ ਮਹਿ ਬਰੀ ਹੈ, ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਜਾਣਾ ਹੈ, ਪ੍ਰਥਮ ਦੇਗ ਤੇ ਅਚਬ ਹੋ ਜਾਏ। ਕਹਿੰਦੇ ਸਭ ਤੋਂ ਪਹਿਲਾਂ, ਪ੍ਰਥਮ ਦਾ ਅਰਥ ਹੁੰਦਾ ਹੈ ਪਹਿਲਾਂ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ ਪ੍ਰਥਮ। ਜਿਸ ਵੇਲੇ ਆਪਾਂ ਅਰਦਾਸ ਬੇਨਤੀ ਕਰਦੇ ਹਾਂ, ਉਸ ਵੇਲੇ ਵੀ ਸ਼ਬਦ ਬੋਲਦੇ ਹਨ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਈ। ਸੋ ਪ੍ਰਥਮ ਦਾ ਅਰਥ ਹੈ ਸਭ ਤੋਂ ਪਹਿਲਾਂ। ਭਗਉਤੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਰਮ ਸ਼ਕਤੀ। ਸੋ ਇਸ ਤਰ੍ਹਾਂ ਪ੍ਰਥਮ ਦਾ ਅਰਥ ਹੈ ਪਹਿਲਾਂ। ਸੋ ਕਹਿੰਦੇ ਦਰਸ਼ਨੀ ਡਿਉੜੀ ਤੇ ਹੀ ਸੇਵਾਦਾਰਾਂ ਨੇ ਕਹਿ ਦਿੱਤਾ ਹੈ, ਸਾਧ ਸੰਗਤ ਜੀ
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੇ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦ ਛਕਣਾ ਹੈ, ਜਲ ਪਾਣੀ ਛਕਣਾ ਹੈ, ਭੋਜਨ ਪ੍ਰਸ਼ਾਦਾ ਜਿੰਨੀ ਵੀ ਕਿਸੇ ਦੀ ਲੋੜ ਹੈ, ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਹੈ ਕਿ ਪਹਿਲੇ ਪੰਗਤ ਪਾਤਸ਼ਾਹ ਸੰਗਤ, ਸੰਗਤ ਵਿੱਚ ਫਿਰ ਆਉਣਾ ਹੈ, ਪਹਿਲਾਂ ਪੰਗਤ ਵਿੱਚ ਬੈਠਣਾ ਜ਼ਰੂਰੀ ਹੈ। ਪੀਛੇ ਗੁਰ ਦਰਸ਼ਨ ਕੋ ਪਾਏ, ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਦੀ ਆਗਿਆ, ਗੁਰੂ ਦਾ ਹੁਕਮ ਇਹਨਾਂ ਨੂੰ ਸੁਣਾਇਆ ਕਿ ਭਾਈ ਗੁਰੂ ਦਾ ਹੁਕਮ ਹੈ ਕਿ ਜਿਸ ਨੇ ਵੀ ਸਾਡੇ ਦਰਸ਼ਨ ਕਰਨੇ ਨੇ ਉਹ ਪਹਿਲਾਂ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕੇ। ਸੁਣ ਕਰ ਖੇਡੇ ਕੀਨ ਵਿਚਾਰਨ, ਹੁਣ ਉਸ ਵੇਲੇ ਇਸ ਖੇਡੇ ਨੇ ਜਦੋਂ ਇਹ ਬਚਨ ਸੁਣੇ ਤੇ ਮਨ ਦੇ ਵਿੱਚ ਵਿਚਾਰ ਕੀਤੀ, ਮਨ ਦੇ ਵਿੱਚ ਬੜਾ ਖਿਆਲ ਆ ਗਿਆ। ਮੈਂ ਕਿਮ ਕਰੇ ਹੋ ਨੇਮ ਨਿਵਾਰਨ, ਉਸ ਵੇਲੇ ਮਨ ਵਿੱਚ ਸੋਚਦਾ ਹੈ ਕਿ ਮੈਂ ਆਪਣੇ ਨੇਮ ਨੂੰ, ਆਪਣੇ ਨਿਯਮ ਨੂੰ, ਆਪਣੀ ਮਰਿਆਦਾ ਨੂੰ ਕਿਵੇਂ ਨਿਵਾਰ ਸਕਦਾ ਹਾਂ, ਕਿਵੇਂ ਛੱਡ ਸਕਦਾ ਹਾਂ। ਸੋਚ ਕਰ ਕਰੋ ਆਹਾਰ ਹਮੇਸ਼ੂ, ਕਿਉਂਕਿ ਸਾਧ ਸੰਗਤ ਜੀ ਇਹ ਬ੍ਰਾਹਮਣ ਹੈ, ਸਾਰੇ ਬ੍ਰਾਹਮਣੀ ਕਰਮ ਕਾਂਡ ਕਰਦਾ ਹੈ, ਸ਼ਾਸਤਰਾਂ ਦੀ ਮਰਿਆਦਾ ਵਿੱਚ ਬੱਝਾ ਹੋਇਆ ਹੈ, ਭਾਵੇਂ ਇਹਦਾ ਕੁਝ ਜਪ ਤਪ ਵੀ ਹੈ, ਕੁਝ ਗਿਆਨ ਧਿਆਨ ਵੀ ਹੈ, ਕੋਈ ਸੇਵਾ ਸਾਧਨਾ ਵੀ ਹੈ, ਪਰ ਆਤਮਿਕ ਗਿਆਨ ਨਹੀਂ। ਜਿਸ ਤਰ੍ਹਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਬ੍ਰਹਮ ਗਿਆਨੀ ਸ਼੍ਰੀ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਵੇਦ ਕੀ ਪੁੱਤਰੀ ਸਿਮਰਤਿ ਭਾਈ, ਕਹਿੰਦੇ ਜਿਹੜੀ ਸਿਮਰਤੀ ਹੈ, ਜਿਹੜੇ ਸ਼ਾਸਤਰ ਨੇ, ਇਹ ਕਹਿੰਦੇ ਵੇਦ ਦੇ ਪੁੱਤਰ ਹਨ ਤੇ ਪੁੱਤਰੀਆਂ ਹਨ। ਇਹ ਵੇਦ ਵਿੱਚੋਂ ਪੈਦਾ ਹੋਏ, 4 ਵੇਦਾਂ ਤੋਂ 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ ਤੇ 108 ਉਪਨਿਸ਼ਦ ਬਣੇ ਨੇ। ਇਹਨਾਂ ਸਾਰਿਆਂ ਦਾ ਜਿਹੜਾ ਸਰੋਤ ਹੈ ਉਹ 4 ਵੇਦ ਹਨ। ਤਾਂ ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜੇ ਸ਼ਾਸਤਰਾਂ ਦੇ ਵਿਚਾਰ ਨੇ ਨਾ, ਇਹ ਕੁਝ ਇਸ ਤਰ੍ਹਾਂ ਦੇ ਨੇ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਹੈ ਆਈ। ਸੰਕਲ ਕਹਿੰਦੇ ਸੰਗਲ, ਜੇਵਰੀ ਕਹਿੰਦੇ ਰੱਸੀ। ਕਹਿੰਦੇ ਜਿਹੜਾ ਵਿਅਕਤੀ ਵੇਦਾਂ ਸ਼ਾਸਤਰਾਂ ਤੇ ਸਿਮਰਤੀਆਂ ਦੇ ਗਿਆਨ ਵਿੱਚ ਵੱਧ ਜਾਂਦਾ ਹੈ ਨਾ, ਕਹਿੰਦੇ ਸਮਝ ਲਓ ਉਹ ਸੰਗਲਾਂ ਤੇ ਰੱਸੀਆਂ ਵਿੱਚ ਵੱਧ ਜਾਂਦਾ ਹੈ। ਇਹ ਕਰਮ ਕਾਂਡ, ਇਹ ਸ਼ਾਸਤਰ ਗਿਆਨ ਕੁਝ ਹੈ ਇਸ ਤਰ੍ਹਾਂ ਦਾ। ਕਹਿੰਦੇ ਬੰਦਾ ਵੱਜ ਜਿਹਾ ਜਾਂਦਾ ਹੈ ਕਿ ਆਹ ਕਰਾਂਗਾ ਕੀ ਮਿਲੇਗਾ, ਆਹ ਕਰਾਂਗਾ ਕੀ ਹੋਏਗਾ, ਕਿਹੜਾ ਪੁੰਨ ਹੈ, ਕਿਹੜਾ ਪਾਪ ਹੈ, ਕਿਹੜਾ ਵਿਧ ਹੈ, ਕਿਹੜਾ ਨਿਸ਼ੇਧ ਹੈ। ਕਹਿੰਦੇ ਇਉਂ ਸੰਗਲਾਂ ਦੇ ਵਿੱਚ ਹੀ, ਰੱਸੀਆਂ ਵਿੱਚ ਹੀ ਵੱਜ ਜਾਂਦਾ ਹੈ, ਕਰਮ ਕਾਂਡ ਵਿੱਚ ਵੱਜ ਜਾਂਦਾ ਹੈ ਜੋ ਸ਼ਾਸਤਰਾਂ ਦੇ ਅਨੁਸਾਰ ਚੱਲਣ ਵਾਲਾ ਵਿਅਕਤੀ ਹੈ। ਸੋ ਇਸ ਤਰ੍ਹਾਂ ਦਾ ਹੁਕਮ ਜਦੋਂ ਇਹਨਾਂ ਨੇ ਸੁਣਿਆ ਤੇ ਕੁਝ ਲੋਕ ਤਾਂ ਹੁਣ ਲੰਗਰ ਵਿੱਚ ਚਲੇ ਗਏ ਪ੍ਰਸ਼ਾਦਾ ਛਕਣ ਵਾਸਤੇ, ਪਰ ਜਿਹੜਾ ਦਿਜਬਰ ਹੈ, ਬ੍ਰਾਹਮਣ ਹੈ, ਖੇਡਾ ਸੋਈਨੀ, ਕਹਿੰਦੇ ਇਹ ਮਨ ਵਿੱਚ ਉਹਨੂੰ ਸੋਚ ਰਿਹਾ ਹੈ ਕਿ ਮੈਂ ਸ਼ਾਸਤਰ ਦੀ ਮਰਿਆਦਾ ਨੂੰ ਕਿਵੇਂ ਛੱਡ ਸਕਦਾ ਹਾਂ। ਇਹ ਤਾਂ ਮੇਰੀ ਜੀਵਨ ਦੀ ਮਰਿਆਦਾ ਹੈ, ਮੈਂ ਆਪਣੇ ਕਰਮ ਕਾਂਡ ਦਾ ਤਿਆਗ ਕਿਵੇਂ ਕਰਾਂ। ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ, ਕਿਉਂਕਿ ਜਿੱਥੇ ਗੁਰੂ ਦੀ ਦੇਗ ਚੱਲਦੀ ਹੈ, ਫਾਰਸੀ ਦਾ ਲਫ਼ਜ਼ ਹੈ ਦੇਗ। ਦੇਗ ਕਹਿੰਦੇ ਨੇ ਛਕਣ ਵਾਲਾ ਪਦਾਰਥ। ਸੋ ਦੇਗ ਤੋਂ ਭਾਵ ਹੈ ਗੁਰੂ ਕਾ ਲੰਗਰ। ਹੁਣ ਇਹ ਜਿਹੜਾ ਖੇਡਾ ਸੋਇਨੀ ਹੈ ਮਨ ਵਿੱਚ ਸੋਚਦਾ ਹੈ ਕਿ ਜਿੱਥੇ ਗੁਰੂ ਸਾਹਿਬ ਦਾ ਲੰਗਰ ਚੱਲ ਰਿਹਾ ਨਾ, ਉੱਥੇ ਤਾਂ ਬਹੁਤ ਦੁਨੀਆ ਆਉਂਦੀ ਹੈ, ਉੱਥੇ ਤਾਂ ਸਾਰੇ ਆ ਕੇ ਇੱਕੋ ਹੀ ਪੰਗਤ ਵਿੱਚ ਬੈਠ ਕੇ ਛਕਦੇ ਨੇ। ਇਹੀ ਤਾਂ ਸਾਧ ਸੰਗਤ ਜੀ ਵਿਸ਼ੇਸ਼ਤਾ ਹੀ ਹੈ। ਭਾਵੇਂ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀ ਚੀਜ਼ ਵੀ ਦੇਖਣ ਨੂੰ ਮਿਲਦੀ ਹੈ ਕਿ ਲੰਗਰ ਦੇ ਵੀ 2 ਹਿੱਸੇ ਹੁੰਦੇ ਨੇ, ਇੱਕ ਪਾਸੇ ਸੰਗਤਾਂ ਵਾਸਤੇ, ਇੱਕ ਪਾਸੇ ਕੁਝ ਖਾਸ ਵਿਅਕਤੀਆਂ ਵਾਸਤੇ, ਪਰ ਐਸਾ ਚਾਹੀਦਾ ਨਹੀਂ ਹੈ। ਇਹ ਸਤਿਗੁਰਾਂ ਦੀ ਮਰਿਆਦਾ, ਗੁਰੂ ਘਰ ਦੀ ਮਰਿਆਦਾ ਹੈ। ਇਹ ਉਹ ਲੰਗਰ ਹੈ, ਇਹ ਉਹ ਸਥਾਨ ਹੈ ਜਿੱਥੇ ਦਿੱਲੀ ਦਾ ਬਾਦਸ਼ਾਹ ਅਕਬਰ ਵੀ ਥੱਲੇ ਤੱਪੜਾਂ ਤੇ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ। ਸੋ ਇਸ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ ਸਾਨੂੰ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਪਾ ਕੇ ਕਿਤੇ ਹਉਮੈ, ਕਿਤੇ ਮਾਣ ਨਾ ਜਾਏ,
ਕਿਤੇ ਸਾਡੇ ਮਨ ਵਿੱਚ ਇਹ ਨਾ ਖਿਆਲ ਆ ਜਾਏ ਕਿ ਸਾਡਾ ਤਾਂ ਰੁਤਬਾ ਬੜਾ ਉੱਚਾ ਹੈ, ਸਾਡੀਆਂ ਤਾਂ ਬੜੀਆਂ ਉੱਚੀਆਂ ਪਦਵੀਆਂ ਨੇ, ਅਸੀਂ ਗੁਰੂ ਘਰ ਥੱਲੇ ਬੈਠ ਕੇ ਤਪੜਾਂ ਤੇ ਬੈਠ ਕੇ ਪ੍ਰਸ਼ਾਦਾ ਛਕਾਂਗੇ। ਨਹੀਂ, ਗੁਰੂ ਚਰਨਾਂ 'ਚ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ ਇਹ ਮਾਣ ਇਹ ਹਉਮੈ ਨਾ ਆ ਜਾਏ, ਕਿਰਪਾ ਕਰੋ। ਆਪ ਜੀ ਦੀ ਜੋ ਲੰਗਰ ਦੀ ਮਰਿਆਦਾ ਹੈ, ਪੰਗਤ ਦੀ ਮਰਿਆਦਾ ਹੈ, ਇਹ ਸਾਡੇ ਜੀਵਨ ਵਿੱਚ ਵਸੀ ਰਹੇ, ਸਾਡੇ ਅੰਦਰ ਇਹ ਭਾਵਨਾ ਬਣੀ ਰਹੇ, ਤਾਂ ਕਿ ਆਪ ਜੀ ਦੇ ਦਰ ਤੋਂ ਅਸੀਂ ਬਖਸ਼ਿਸ਼ਾਂ ਲੈ ਸਕੀਏ। ਹੁਣ ਕਹਿੰਦੇ ਇਸ ਦੇ ਅੰਦਰ ਸ਼ੰਕਾ ਆ ਗਿਆ ਕਿ ਗੁਰੂ ਦੀ ਪੰਗਤ ਵਿੱਚ, ਗੁਰੂ ਦੇ ਲੰਗਰ ਵਿੱਚ ਕੋਈ ਵਰਣ ਆਸ਼ਰਮ ਦਾ ਖਿਆਲ ਨਹੀਂ ਹੈ। ਉੱਥੇ ਬ੍ਰਾਹਮਣ ਬੈਠ ਜਾਂਦਾ ਹੈ, ਉੱਥੇ ਸ਼ੂਦਰ ਬੈਠ ਜਾਂਦਾ ਹੈ, ਉੱਥੇ ਉੱਚੀ ਜਾਤ ਵਾਲਾ, ਉੱਥੇ ਨੀਵੀਂ ਜਾਤ ਵਾਲਾ, ਉੱਥੇ ਅਮੀਰ ਬੈਠਦਾ ਹੈ, ਉੱਥੇ ਗਰੀਬ ਬੈਠਦਾ ਹੈ। ਮੈਂ ਉੱਥੇ ਬੈਠ ਕੇ ਕਿਵੇਂ ਭੋਜਨ ਛਕ ਸਕਦਾ ਹਾਂ? ਆਸ਼ਰਮ ਵਰਨ ਨੇਮ ਵਿਵਹਾਰ। ਇਹ ਮਨ ਵਿੱਚ ਸੋਚਦਾ ਮੇਰੇ ਤਾਂ ਆਸ਼ਰਮ ਨੇ, ਵਰਣ ਨੇ। ਸ਼ਾਸਤਰਾਂ ਦੇ ਅਨੁਸਾਰ 4 ਵਰਣ ਨੇ ਤੇ 4 ਆਸ਼ਰਮ ਨੇ। ਸਾਧ ਸੰਗਤ ਜੀ, 4 ਆਸ਼ਰਮ ਇਸ ਮਨੁੱਖੀ ਜੀਵਨ ਦੇ 4 ਹਿੱਸੇ ਜਿਹੜੇ ਸ਼ਾਸਤਰਾਂ 'ਚ ਦੱਸੇ ਨੇ ਕਿ 1 ਤੋਂ ਲੈ ਕੇ ਕਰੀਬਨ 25 ਕੁ ਸਾਲ ਦੀ ਉਮਰ ਤੱਕ ਇਹ ਪਹਿਲਾ ਆਸ਼ਰਮ ਹੁੰਦਾ ਹੈ, ਜਿਸ ਨੂੰ ਬ੍ਰਹਮਚਰਯ ਆਸ਼ਰਮ ਕਹਿੰਦੇ ਨੇ। 25 ਤੋਂ 50 ਕੁ ਸਾਲ ਦੀ ਉਮਰ ਤੱਕ ਇਸ ਜੀਵਨ ਦਾ ਦੂਸਰਾ ਆਸ਼ਰਮ ਸ਼ਾਸਤਰਾਂ ਨੇ ਦੱਸਿਆ ਹੈ, ਜਿਸ ਨੂੰ ਗ੍ਰਸਥ ਆਸ਼ਰਮ ਕਹਿੰਦੇ ਨੇ। 50 ਤੋਂ 75 ਕੁ ਸਾਲ ਦੀ ਸਰੀਰਕ ਉਮਰ ਤੱਕ ਤੀਸਰਾ ਆਸ਼ਰਮ ਮੰਨਿਆ ਹੈ, ਜਿਸ ਨੂੰ ਸ਼ਾਸਤਰਾਂ ਵਿੱਚ ਵਾਨਪ੍ਰਸਥ ਕਹਿੰਦੇ ਨੇ। 75 ਤੋਂ 100 ਸਾਲ ਤੱਕ, 75 ਤੋਂ ਬਾਕੀ ਦੀ ਜਿਹੜੀ ਉਮਰ ਹੈ, ਇਹਦੇ ਵਿੱਚ ਚੌਥਾ ਆਸ਼ਰਮ ਹੁੰਦਾ ਹੈ, ਜਿਸ ਨੂੰ ਸੰਨਿਆਸ ਕਿਹਾ ਜਾਂਦਾ ਹੈ। ਇਹ 4 ਜਿਹੜੇ ਆਸ਼ਰਮ ਨੇ ਤੇ 4 ਵਰਣ ਨੇ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। ਸਭ ਤੋਂ ਉੱਪਰ ਬ੍ਰਾਹਮਣ ਹੈ, ਉਸ ਤੋਂ ਥੱਲੇ ਖੱਤਰੀ ਹੈ, ਉਸ ਤੋਂ ਥੱਲੇ ਵੈਸ਼ ਹੈ ਤੇ ਉਸ ਤੋਂ ਥੱਲੇ ਸ਼ੂਦਰ ਨੂੰ ਮੰਨਿਆ ਗਿਆ ਹੈ। ਇਸ ਚੀਜ਼ ਦਾ ਜਿਹੜਾ ਵਿਸਥਾਰ ਹੈ ਵਿਸ਼ੇਸ਼ ਤੌਰ ਤੇ ਮਨੂ ਸਿਮਰਤੀ ਵਿੱਚੋਂ ਸਾਨੂੰ ਮਿਲਦਾ ਹੈ। ਉਹਦੇ ਵਿੱਚ ਇਹ ਖਿਆਲ ਹੈ, ਕਹਿੰਦੇ ਕਿ ਜਿਹੜਾ ਬ੍ਰਾਹਮਣ ਹੈ ਇਹ ਸਭ ਤੋਂ ਉੱਚਾ ਇਸ ਵਾਸਤੇ ਹੈ ਕਿਉਂਕਿ ਬ੍ਰਹਮਾ ਜੀ ਦੇ ਹਿਰਦੇ ਵਿੱਚੋਂ ਪੈਦਾ ਹੋਇਆ। ਖੱਤਰੀ ਜਿਹੜਾ ਹੈ ਇਹ ਉਸ ਤੋਂ ਨੀਵੇਂ ਦਰਜੇ ਦਾ ਹੈ ਕਿਉਂਕਿ ਬ੍ਰਹਮਾ ਜੀ ਦੀਆਂ ਬਾਹਾਂ ਤੋਂ ਪੈਦਾ ਹੋਇਆ। ਜਿਹੜਾ ਵੈਸ਼ ਹੈ ਇਹ ਬ੍ਰਹਮਾ ਜੀ ਦੇ ਪੇਟ ਵਿੱਚੋਂ ਪੈਦਾ ਹੋਇਆ ਤੇ ਜਿਹੜਾ ਸ਼ੂਦਰ ਹੈ ਇਹ ਬ੍ਰਹਮਾ ਜੀ ਦੇ ਪੈਰਾਂ ਤੋਂ ਪੈਦਾ ਹੋਇਆ। ਇਸ ਕਰਕੇ ਨੀਚ ਹੈ, ਇਸ ਕਰਕੇ ਇਹਨੂੰ ਸਾਰਿਆਂ ਦੀ ਸੇਵਾ ਵਿੱਚ ਹੀ ਹਾਜ਼ਰ ਰਹਿਣਾ ਚਾਹੀਦਾ ਹੈ। ਕੁਝ ਇਸ ਤਰ੍ਹਾਂ ਦੇ ਖਿਆਲ ਸਾਨੂੰ ਸਿਮਰਤੀਆਂ ਚੋਂ, ਸ਼ਾਸਤਰਾਂ ਚੋਂ ਮਿਲਦੇ ਨੇ। ਹੁਣ ਖੇਡਾ ਸੋਹਣੀ ਜਿਹੜਾ ਬ੍ਰਾਹਮਣ ਹੈ, ਇਹਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਪੰਗਤ ਵਿੱਚ, ਲੰਗਰ ਵਿੱਚ ਤਾਂ ਸਾਰੇ ਇੱਕ ਥਾਂ ਹੀ ਬੈਠ ਜਾਂਦੇ ਨੇ। ਮੈਂ ਜਾਤ ਦਾ ਬ੍ਰਾਹਮਣ ਹਾਂ, ਮੈਂ ਉਹਨਾਂ ਨੀਵੀਆਂ ਨਾਲ ਬੈਠ ਕੇ ਕਿਵੇਂ ਪ੍ਰਸ਼ਾਦਾ ਛਕ ਸਕਦਾ ਹਾਂ? ਗੁਰ ਕੋ ਮਿਲਹਿ ਸਕਲ ਨਿਰਵਾਰ। ਇਸ ਕਰਕੇ ਮੈਂ ਕਿਮ ਕਰਹੁ ਨੇਮ ਨਿਵਾਰਨ, ਆਪਣੇ ਨੇਮ ਨੂੰ ਕਿਵੇਂ ਦੂਰ ਕਰ ਸਕਦਾ ਹਾਂ ਔਰ ਇਹ ਸਾਰਾ ਕੁਝ ਛੱਡ ਕੇ ਮੈਂ ਗੁਰੂ ਨੂੰ ਕਿਵੇਂ ਮਿਲਾਂ? ਹੁਣ ਇਸ ਤਰ੍ਹਾਂ ਜੇ ਤਾਂ ਗੁਰੂ ਦਾ ਬਹੁਤ ਵੱਡਾ ਕੋਈ ਸ਼ਰਧਾਵਾਨ, ਕੋਈ ਪ੍ਰੇਮੀ ਹੋਵੇ, ਉਹ ਤਾਂ ਆਪਣਾ ਕਰਮ ਧਰਮ ਛੱਡਦਾ ਗੁਰੂ ਦੇ ਦਰਸ਼ਨਾਂ ਵਾਸਤੇ। ਇਹਦੇ ਮਨ ਵਿੱਚ ਸ਼ੰਕਾ ਆ ਗਿਆ, ਮੈਂ ਆਪਣਾ ਕਰਮ ਧਰਮ ਗੁਰੂ ਦੇ ਦਰਸ਼ਨਾਂ ਵਾਸਤੇ ਕਿਵੇਂ ਛੱਡਾਂਗਾ? ਐਸਾ ਕੋ ਵੱਡ ਪ੍ਰੇਮੀ ਹੋਏ। ਜਿਸ ਤਰ੍ਹਾਂ ਦਾ ਕੋਈ ਬਹੁਤ ਵੱਡਾ ਪ੍ਰੇਮੀ ਹੋਵੇ, ਗੁਰ ਹਿਤ ਰਖੈ ਅਪਰ ਸਭ ਖੋਏ। ਉਹ ਤਾਂ ਗੁਰੂ ਦੇ ਦਰਸ਼ਨਾਂ ਵਾਸਤੇ ਆਪਣਾ ਕਰਮ ਧਰਮ, ਆਪਣੀ ਮਰਿਆਦਾ, ਆਪਣਾ ਨਿਯਮ ਸਭ ਕੁਝ ਛੱਡ ਸਕਦਾ ਹੈ। ਪਰ ਮੈਂ ਤਾਂ ਜਾਤ ਦਾ ਬ੍ਰਾਹਮਣ ਹਾਂ, ਮੇਰੀ ਤਾਂ ਬੜੀ ਉੱਚੀ ਕੁਲ ਹੈ, ਮੇਰਾ ਆਸ਼ਰਮ, ਮੇਰਾ ਵਰਣ ਬੜਾ ਉੱਚਾ ਹੈ। ਮੈਂ ਉਹਨਾਂ ਨੀਵੇਂ ਤੇ ਗਰੀਬਾਂ ਨਾਲ ਬੈਠ ਕੇ ਇੱਕੋ ਪੰਗਤ ਵਿੱਚ ਕਿਵੇਂ ਛਕਾਂ, ਕਿਵੇਂ ਆਪਣੀ ਧਰਮ ਮਰਿਆਦਾ ਨੂੰ ਟਾਲ ਸਕਾਂ? ਸੋ ਇਸ ਕਰਕੇ ਇਹਨੇ ਮਨ ਵਿੱਚ ਖਿਆਲ ਬਣਾਇਆ ਕਿ ਸ਼ਾਇਦ ਮੈਨੂੰ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ ਨਹੀਂ ਚਾਹੀਦਾ। ਦੁਰਲਭ ਵਰਨ ਸੋ ਆਸ਼ਰਮ ਧਰਮ। ਜੋ ਮੇਰਾ ਧਰਮ ਹੈ, ਜੋ ਮੇਰਾ ਵਰਣ ਆਸ਼ਰਮ ਹੈ, ਇਹ ਬੜਾ ਦੁਰਲਭ ਹੈ। ਇਹ ਤਾਂ ਉਸ ਪ੍ਰਮਾਤਮਾ ਦੀ ਦੇਣ ਹੈ, ਇਹ ਤਾਂ ਦੇਵ ਬਾਣੀ ਦੀ ਆਗਿਆ ਹੈ, ਮੇਰੇ ਧਰਮ ਸ਼ਾਸਤਰਾਂ ਦਾ ਹੁਕਮ ਹੈ। ਮੈਂ ਆਪਣੇ ਧਰਮ ਸ਼ਾਸਤਰਾਂ ਤੋਂ ਉਲਟ ਕਿਵੇਂ ਜਾ ਸਕਦਾ ਹਾਂ? ਨਹਿ ਤਜ ਸਕੋ ਸਹਿਤ ਜਗ ਸ਼ਰਮ। ਔਰ ਸੰਸਾਰ ਦੇ ਵਿੱਚ ਇੱਕ ਤਾਂ ਲੱਜਾ ਹੋਵੇਗੀ
ਜੇ ਮੈਂ ਆਪਣੇ ਧਰਮ ਸ਼ਾਸਤਰਾਂ ਦੀ ਮਰਿਆਦਾ ਤੋਂ ਉਲਟ ਚੱਲਾਂਗਾ ਤੇ ਦੂਸਰਾ ਮੈਂ ਉਹਨਾਂ ਦੀ ਮਰਿਆਦਾ ਨੂੰ ਛੱਡ ਕੇ ਆਪਣਾ ਭਲਾ ਕਿਵੇਂ ਕਰਾਂਗਾ। ਇਮ ਔਰ ਤਰਕਤ ਹਟ ਸੋ ਰਹਿਓ। ਇਉਂ ਸਾਧ ਸੰਗਤ ਜੀ ਕਹਿੰਦੇ ਹੁਣ ਇਹਦੇ ਅੰਦਰ ਥੋੜੀ ਜੀ ਕਮੀ ਹੈ ਨਾ, ਇਹੀ ਤਾਂ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਹੈ, ਕਿਰਪਾ ਕਰਨੀ ਹੈ ਕਿ ਜਿਸ ਤਰ੍ਹਾਂ ਦੀ ਕਿਸੇ ਦੀ ਅਵਸਥਾ ਹੈ, ਜਿਸ ਤਰ੍ਹਾਂ ਦਾ ਕੋਈ ਜਗਿਆਸੂ ਹੈ, ਉਸੇ ਤਰ੍ਹਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਹੁਣ ਇਹ ਧਰਮੀ ਵੀ ਹੈ, ਇਹ ਧਰਮ ਦੀ ਮਰਿਆਦਾ ਦਾ ਪਾਲਣ ਵੀ ਕਰਦਾ ਹੈ, ਸਤ ਸੰਗੀ ਵੀ ਹੈ, ਜਪ ਤਪ ਵੀ ਕਰਦਾ ਹੈ, ਤੀਰਥ ਯਾਤਰਾ ਵੀ ਕਰਦਾ ਹੈ, ਪਰ ਕਿਸੇ ਹੱਦ ਤੇ ਇਹਦੀ ਅਵਸਥਾ ਰੁਕੀ ਹੋਈ ਹੈ। ਇਸ ਰੁਕੇ ਹੋਏ ਨੂੰ ਮਹਾਰਾਜ ਜੀ ਨੇ ਹੁਣ ਅੱਗੇ ਤੋਰਨਾ ਹੈ। ਹੁਣ ਇਸ ਦੇ ਜੀਵਨ ਵਿੱਚ, ਧਰਮ ਦੇ ਜੀਵਨ ਵਿੱਚ ਕਿਹੜੀ ਰੋਕ ਹੈ, ਇਹ ਰੋਕ ਇੱਥੇ ਦੱਸ ਰਹੇ ਨੇ। ਕਹਿੰਦੇ ਇਹਦੇ ਮਨ ਵਿੱਚ ਤਰਕ ਹੈ, ਇਹਦੇ ਮਨ ਵਿੱਚ ਸ਼ੰਕਾ ਹੈ, ਧਰਮ ਸ਼ਾਸਤਰਾਂ ਦੀ ਮਰਿਆਦਾ ਵਿੱਚ ਬੱਝਾ ਹੋਇਆ ਹੈ, ਸਤਿਗੁਰਾਂ ਦੀ ਮਹਿਮਾ ਨੂੰ ਸੰਪੂਰਨ ਤੌਰ ਤੇ ਜਾਣ ਨਹੀਂ ਸਕਿਆ। ਅੰਤਰ ਗਇਓ ਨਾ ਦਰਸ਼ਨ ਰਹਿਓ। ਇਸ ਤਰ੍ਹਾਂ ਕਹਿੰਦੇ ਨਾ ਤਾਂ ਇਹ ਦਰਬਾਰ ਸਾਹਿਬ ਸਤਿਗੁਰਾਂ ਦੇ ਸਨਮੁਖ ਦਰਸ਼ਨਾਂ ਵਾਸਤੇ ਗਿਆ ਹੈ ਔਰ ਨਾ ਹੀ ਇਸਨੇ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ ਹੈ। ਗਮਨਿਓ ਪੰਥ ਅਗਾਰੀ ਫੇਰ। ਇਉਂ ਕਹਿੰਦੇ ਇਸ ਪ੍ਰਕਾਰ ਇਸ ਦੇ ਜਿਹੜੇ ਨਾਲ ਦੇ ਨੇ ਕੁਝ ਸੇਵਕ, ਕੁਝ ਹੋਰ, ਉਹਨਾਂ ਨੇ ਤਾਂ ਪੰਗਤ ਵਿੱਚ ਬੈਠ ਕੇ ਭੋਜਨ ਵੀ ਛਕ ਲਿਆ ਔਰ ਸਤਿਗੁਰਾਂ ਦੇ ਦਰਸ਼ਨ ਵੀ ਕਰ ਲਏ, ਪਰ ਇਹ ਜਿਹੜਾ ਖੇਡਾ ਸੋਇਨੀ ਹੈ ਕਹਿੰਦੇ ਇਹਨੇ ਨਾ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ, ਨਾ ਸਤਿਗੁਰਾਂ ਦੇ ਦਰਸ਼ਨ ਕੀਤੇ। ਮਨ ਦੇ ਵਿੱਚ ਸ਼ੰਕਾ ਰਹਿ ਗਿਆ ਹੈ, ਮਨ ਦੇ ਵਿੱਚ ਤਰਕ ਹੈ। ਸੋ ਇਸੇ ਤਰ੍ਹਾਂ ਕਹਿੰਦੇ ਬਿਨਾਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਪਸ ਚਲੇ ਗਿਆ। ਲਿਓ ਸੰਗ ਮਹਿ ਸੰਗ ਵਡੇਰ। ਇਉਂ ਬਹੁਤ ਵੱਡਾ ਜੋ ਸੰਗ ਹੈ, ਇਹਦੇ ਨਾਲ ਇਹਦੇ ਸਾਥੀ ਨੇ, ਹੋਰ ਯਾਤਰੂ ਨੇ, ਉਹ ਸਾਰਾ ਜਥਾ ਲੈ ਕੇ ਇੱਥੋਂ ਚੱਲ ਪਿਆ ਹੈ। ਗੋਇੰਦਵਾਲ ਤਜਿਓ ਦੋਇ ਕੋਸ। ਇਸ ਤਰ੍ਹਾਂ ਕਹਿੰਦੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਤੋਂ ਇਹ ਚੱਲ ਪਿਆ ਹੈ ਤੇ ਅਜੇ 2 ਕੋਹ ਦੀ ਦੂਰੀ ਤੇ ਗਿਆ ਹੈ। ਜਾਏ ਕਰਿਓ ਤੇਰਾ ਸ਼ਰਮ ਹੋਸ। ਕਹਿੰਦੇ ਬੜੀ ਥਕਾਵਟ ਹੋ ਗਈ ਹੈ, ਪਿੱਛੋਂ ਵੀ ਬੜਾ ਲੰਬਾ ਪੈਂਡਾ ਤੈਅ ਕਰਕੇ ਆਏ ਨੇ ਤੇ 2 ਕੋਹ ਦਾ ਹਾਲੇ ਪੈਂਡਾ ਤੈਅ ਕੀਤਾ ਹੈ। ਕਹਿੰਦੇ ਸਾਰੇ ਯਾਤਰੂ ਜਿਹੜੇ ਨੇ ਥੱਕ ਗਏ ਨੇ, ਸਾਰਿਆਂ ਨੂੰ ਸ਼ਰਮ ਹੋਇਆ, ਥਕਾਵਟ ਹੋਈ ਹੈ। ਖਾਨ ਪਾਨ ਕਰਕੇ ਜਬ ਸੋਇਓ। ਇਉਂ ਕਹਿੰਦੇ ਜਦੋਂ ਖਾਨ ਪਾਨ ਕੀਤਾ ਹੈ, ਹੁਣ ਸੂਰਜ ਢਲ ਚੁੱਕਾ ਹੈ, ਰਾਤ ਹੋ ਰਹੀ ਹੈ, ਸੋ ਇਹਨਾਂ ਸਾਰੇ ਯਾਤਰੂਆਂ ਨੇ, ਸਾਰੇ ਜਥੇ ਨੇ ਉੱਥੇ ਕਹਿੰਦੇ ਟਿਕਾਣਾ ਕਰ ਲਿਆ। ਮਹਾ ਭਿਆਨਕ ਸੁਪਨੋ ਹੋਇਓ। ਉਸ ਵੇਲੇ ਸਾਧ ਸੰਗਤ ਜੀ ਇੱਕ ਬਹੁਤ ਭਿਆਨਕ ਕਹਿੰਦੇ ਇਹਨੂੰ ਸੁਪਨਾ ਆਇਆ ਹੈ। ਦਾਰਨ ਰੂਪ ਕਾਲ ਕਾ ਹੇਰ। ਦਾਰੁਣ ਦਾ ਅਰਥ ਹੁੰਦਾ ਬੜਾ ਭਿਆਨਕ। ਕਹਿੰਦੇ ਬੜਾ ਭਿਆਨਕ ਜਿਹਾ ਸਰੂਪ ਇਹਨੇ ਸੁਪਨੇ ਦੇ ਵਿੱਚ ਦੇਖਿਆ ਹੈ ਤੇ ਉਹ ਸਰੂਪ ਕਿਸ ਦਾ ਹੈ? ਕਹਿੰਦੇ ਕਾਲਕਾ, ਜੋ ਦੁਰਗਾ ਹੈ, ਕਾਲੀ ਦੇਵੀ ਹੈ, ਕਿਉਂਕਿ ਉਸ ਦਾ ਇਹ ਉਪਾਸ਼ਕ ਹੈ ਨਾ, ਕਹਿੰਦੇ ਉਹ ਇਸ ਨੂੰ ਸੁਪਨੇ ਦੇ ਵਿੱਚ ਹੁਣ ਦਰਸ਼ਨ ਹੋਇਆ। ਤਰਾਸ ਪਾਏ ਕਰ ਬੋਲਿਓ ਫੇਰ। ਬੜਾ ਤਰਾਸ ਹੋਇਆ, ਮਨ ਦੇ ਵਿੱਚ ਡਰ ਗਿਆ ਹੈ। ਬੜਾ ਭਿਆਨਕ, ਬੜਾ ਦਾਰੁਣ ਸਰੂਪ ਜਿਹੜਾ ਹੈ ਇਸਨੇ ਦੇਵੀ ਦਾ ਦੇਖਿਆ ਹੈ। ਏ ਮਾਤਾ ਮੈਂ ਭਗਤ ਤੁਮਾਰਾ। ਕਹਿੰਦੇ ਉਸ ਵੇਲੇ ਸੁਪਨੇ ਵਿੱਚ ਹੀ ਸਾਧ ਸੰਗਤ ਜੀ ਸਾਰੀ ਕਲਾ ਵਰਤੀ ਹੈ, ਕਿਉਂਕਿ ਸਮਰੱਥ ਸਤਿਗੁਰੂ ਜੀ ਜਗਿਆਸੂ ਦੀ ਅਵਸਥਾ ਨੂੰ ਮੁੱਖ ਰੱਖਦੇ ਆ ਉਸੇ ਤਰ੍ਹਾਂ ਦੀ ਕਲਾ ਵਰਤਾਉਂਦੇ ਨੇ। ਜਿਸ ਤਰ੍ਹਾਂ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ, ਉਹਨਾਂ ਨੂੰ ਵੀ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਆਗਿਆ ਹੋਈ ਸੀ ਕਿ ਜੇ ਹਿੰਦੂ ਧਰਮ ਦੀ ਰੱਖਿਆ ਚਾਹੁੰਦੇ ਹੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਸ਼ਰਨ ਵਿੱਚ ਜਾਣਾ ਪਏਗਾ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਪਰਮ ਸ਼ਰਧਾਲੂ ਸੇਵਕ ਭਾਈ ਭਗੀਰਥ ਜੀ, ਜੋ ਮਲਸੀਹਾ ਨਗਰ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਵੀ ਸੁਪਨੇ ਵਿੱਚ ਹੀ ਦੇਵੀ ਨੇ ਕਿਹਾ ਸੀ ਕਿ ਐ ਭਗੀਰਥ, ਜੇ ਆਪਣਾ ਜਨਮ ਸਫਲ ਕਰਨਾ ਚਾਹੁੰਦਾ ਹੈ ਤੇ ਸੁਲਤਾਨਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀਆਂ ਦੀ ਸ਼ਰਨ ਵਿੱਚ ਚਲੇ ਜਾ। ਇਉਂ ਇਹ ਜਗਿਆਸੂਆਂ ਦੀ ਸਾਧਨਾ ਨਾਲ ਸਾਧ ਸੰਗਤ ਜੀ ਉਸੇ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਔਰ ਉਸੇ ਤਰ੍ਹਾਂ ਦੀ ਕਲਾ ਵਰਤਦੀ ਹੈ। ਹੁਣ ਇਸੇ ਤਰ੍ਹਾਂ ਇਹ ਜੋ ਖੇਡਾ ਸੋਇਨੀ ਹੈ, ਇਹਨੂੰ ਕਹਿੰਦੇ ਰਾਤ ਦੇ ਸਮੇਂ ਹੁਣ ਦੇਵੀ ਦੇ ਦਰਸ਼ਨ ਹੋਏ ਤੇ ਦੇਵੀ ਦਾ ਜੋ ਸਰੂਪ ਇਹ ਸਮਝਦਾ ਸੀ ਨਾ, ਉਸ ਤਰ੍ਹਾਂ ਦਾ ਨਹੀਂ ਹੈ। ਕਹਿੰਦੇ ਬੜਾ ਡਰਾਉਣਾ,
ਬੜਾ ਭਿਆਨਕ ਸਰੂਪ ਇਸ ਨੂੰ ਦਿਸਿਆ ਹੈ। ਕਰੂਰ ਜੋਗਨੀ ਮੋਹਿ ਪਰਵਾਰਾ। ਕਹਿੰਦੇ ਸੁਪਨੇ ਵਿੱਚ ਦੇਖ ਕੇ ਬੜਾ ਡਰ ਗਿਆ ਤੇ ਦੁਰਗਾ ਦੇਵੀ ਦੇ ਚਰਨਾਂ 'ਚ ਬੇਨਤੀਆਂ ਕਰਦਾ, ਐ ਮਾਂ ਮੈਂ ਤਾਂ ਤੇਰਾ ਭਗਤ ਹਾਂ, ਮੇਰੇ ਤੇ ਕਿਰਪਾ ਕਰ। ਇਹ ਜੋਗਣੀਆਂ ਮੈਨੂੰ ਬੜਾ ਡਰਾ ਰਹੀਆਂ ਨੇ, ਮੈਨੂੰ ਇਉਂ ਲੱਗ ਰਿਹਾ ਮੈਨੂੰ ਖਾ ਜਾਣਗੀਆਂ। ਇਨ ਤੇ ਰੱਛਾ ਮੇਰੀ ਕਰੀਐ। ਇਹਨਾਂ ਤੋਂ ਆਪ ਹੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਜੀ। ਨਹਿ ਭਖੈ ਸਗਰੀ ਨਿਰਵਰੀਐ। ਕਿਰਪਾ ਕਰੋ ਇਹਨਾਂ ਨੂੰ ਦੂਰ ਕਰ ਦਿਓ, ਕਿਤੇ ਮੈਨੂੰ ਭੱਖ ਨਾ ਲੈਣ, ਖਾ ਨਾ ਜਾਣ। ਕੌਣ ਦੋਸ ਮੇਰੋ ਅਸ ਜੋਵਾ। ਸੁਪਨੇ ਵਿੱਚ ਹੀ ਬੇਨਤੀਆਂ ਕਰਦਾ, ਐ ਮਾਂ ਮੇਰੇ ਕੋਲੋਂ ਕਿਹੜੀ ਗਲਤੀ ਹੋਈ ਹੈ, ਮੇਰਾ ਕੀ ਦੋਸ਼ ਹੈ ਜਿਸ ਕਰਕੇ ਮੇਰੇ ਨਾਲ ਇਹ ਹੋ ਰਿਹਾ ਹੈ। ਜਿਸ ਤੇ ਤਰਾਸਕ ਦਰਸ਼ਨ ਹੋਵਾ। ਜਿਸ ਕਰਕੇ ਐਸਾ ਡਰਾਉਣਾ ਤੁਹਾਡਾ ਦਰਸ਼ਨ ਮੈਨੂੰ ਹੋ ਰਿਹਾ ਹੈ। ਸੁਪਨੇ ਮੈਂ ਤਿਸ ਕੋ ਸਮਝਾਇਓ। ਇਉਂ ਕਹਿੰਦੇ ਸੁਪਨੇ ਵਿੱਚ ਹੀ ਹੁਣ ਦੇਵੀ ਨੇ ਇਸ ਨੂੰ ਇਹ ਸਮਝਾ ਦਿੱਤਾ ਹੈ। ਉਤੋ ਭਗਤ ਤਬ ਦਰਸ਼ਨ ਪਾਇਓ। ਦੇਵੀ ਕਹਿੰਦੀ ਹੈ ਤੂੰ ਮੇਰਾ ਸੱਚਾ ਭਗਤ ਹੈ, ਇਸ ਕਰਕੇ ਤੈਨੂੰ ਮੇਰੇ ਇਸ ਤਰ੍ਹਾਂ ਦੇ ਦਰਸ਼ਨ ਹੋਏ ਹਨ। ਸਤਿਗੁਰ ਤੇ ਵੇਮੁਖ ਹੋਏ ਆਵਾ। ਔਰ ਇਹ ਸਭ ਤੇਰੇ ਨਾਲ ਤਾਂ ਹੋ ਰਿਹਾ ਹੈ ਕਿਉਂਕਿ ਤੂੰ ਸਤਿਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਹੈ, ਤੂੰ ਸੱਚੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ। ਸਾਧ ਸੰਗਤ ਜੀ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਕਾਲ ਉਸਤਤ ਅੰਦਰ ਇੱਕ ਬਚਨ ਹੈ। ਮਹਾਰਾਜ ਕਹਿੰਦੇ ਨੇ, ਚਰਨ ਸ਼ਰਨ ਜੇ ਬਸਤ ਭਵਾਨੀ, ਅਨਹਦ ਰੂਪ ਅਨਾਹਦ ਬਾਨੀ, ਚਰਨ ਸ਼ਰਨ ਜੇ ਬਸਤ ਭਵਾਨੀ। ਕਹਿੰਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ, ਜਿਸ ਦੇ ਚਰਨਾਂ ਦੇ ਵਿੱਚ ਉਹ ਭਵਾਨੀ ਵਸਦੀ ਹੈ, ਦੇਵੀ ਵਸਦੀ ਹੈ। ਸੋ ਹੁਣ ਇਸ ਦੇਵੀ ਨੇ ਆਪ ਕਿਹਾ ਕਿ ਐ ਖੇਡੇ ਤੂੰ ਸੱਚੇ ਸਤਿਗੁਰੂ ਨੂੰ ਤਰਕ ਕਰਕੇ ਛੱਡ ਕੇ ਆਇਆ ਹੈ, ਇਸ ਕਰਕੇ ਤੇਰੇ ਨਾਲ ਇਹ ਹੋ ਰਿਹਾ ਹੈ। ਜਾਂ ਤੇ ਤੁਹੇ ਤਰਾਸ ਦਰਸਾਵਾ। ਇਸ ਕਰਕੇ ਤੈਨੂੰ ਇਹ ਡਰਾਉਣਾ ਸਰੂਪ ਮੇਰਾ ਦਿਸਿਆ ਹੈ। ਭਗਤ ਮੋਹਿ ਭਗਤ ਕਰਬੇ ਫਲ ਇਹੋ ਹੈ। ਇਸ ਕਰਕੇ ਮੇਰੀ ਭਗਤੀ ਦਾ, ਮੇਰੀ ਸਾਧਨਾ ਦਾ ਇਹੀ ਫਲ ਮਿਲਦਾ ਹੈ। ਸਰਦਾ ਯੁਤ ਗੁਰ ਦਰਸ਼ਨ ਲਹੈ। ਔਰ ਕਹਿੰਦੀ ਕਿ ਸ਼ਰਧਾ ਨਾਲ ਗੁਰੂ ਦੇ ਦਰਸ਼ਨ ਹੋ ਜਾਣੇ, ਇਹ ਮੇਰੀ ਭਗਤੀ ਦਾ ਫਲ ਹੈ। ਨਾਹੇ ਤਾਂ ਮੇਰੀ ਭਗਤ ਨਾ ਪਾਵੈ। ਔਰ ਦੇਵੀ ਕਹਿੰਦੀ ਹੈ ਕਿ ਜੇ ਕੋਈ ਸਤਿਗੁਰੂ ਤੇ ਸ਼ਰਧਾ ਨਹੀਂ ਰੱਖਦਾ, ਉਸ ਨੂੰ ਮੇਰੀ ਭਗਤੀ ਵੀ ਪ੍ਰਾਪਤ ਨਹੀਂ ਹੁੰਦੀ। ਗੁਰ ਤੇ ਬੇਮੁਖ ਹੋਏ ਦਰਸਾਵੈ। ਇਸ ਕਰਕੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ, ਉਸ ਨੂੰ ਮੇਰੇ ਵੀ ਦਰਸ਼ਨ ਦੀਦਾਰ ਨਹੀਂ ਹੁੰਦੇ। ਇਸ ਕਰਕੇ ਜੋ ਕੁਝ ਵੀ ਚਾਹੁੰਦਾ ਹੈ ਇਹ ਤੈਨੂੰ ਗੁਰੂ ਦੇ ਪਾਸੋਂ ਮਿਲੇਗਾ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਕਥਾ ਲਿਖ ਰਹੇ ਨੇ। ਕਈ ਵਾਰੀ ਇਸ ਤਰ੍ਹਾਂ ਦੀਆਂ ਵਿਚਾਰਾਂ ਸਾਨੂੰ ਸੁਣਾਈਆਂ ਜਾਂਦੀਆਂ ਨੇ ਕਿ ਭਾਈ ਸੰਤੋਖ ਸਿੰਘ ਸਾਹਿਬ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਵੀ ਦੀ ਪੂਜਾ ਕਰਨੀ ਚਾਹੀਦੀ ਹੈ, ਜਾਂ ਦੇਵੀ ਨੂੰ ਬੜਾ ਵੱਡਾ ਉਹਨਾਂ ਨੇ ਬਣਾ ਦਿੱਤਾ ਹੈ। ਸੋ ਇਹ ਜਿਹੜੀ ਵਿਚਾਰ ਅੱਜ ਦੀ ਆਪਾਂ ਕਥਾ ਸੁਣ ਰਹੇ ਹਾਂ, ਇਹ ਸਾਨੂੰ ਕੋਈ ਨਹੀਂ ਸੁਣਾਉਂਦਾ। ਹੁਣ ਦੇਖੋ ਸਪਸ਼ਟ ਲਿਖਿਆ ਹੈ, ਭਾਈ ਸੰਤੋਖ ਸਿੰਘ ਸਾਹਿਬ ਲਿਖ ਰਹੇ ਨੇ ਕਿ ਖੇਡੇ ਸੋਇਨੀ ਨੂੰ ਸੁਪਨੇ ਵਿੱਚ ਦੇਵੀ ਨੇ ਕਿਹਾ ਕਿ ਜੇ ਤੂੰ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹੈ, ਜੇ ਕੋਈ ਪ੍ਰਾਪਤੀ ਚਾਹੁੰਦਾ ਹੈ, ਤਾਂ ਤੈਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਜਾਣਾ ਪਏਗਾ। ਤੂੰ ਸਤਿਗੁਰਾਂ ਤੇ ਤਰਕ ਕੀਤੀ ਹੈ, ਇਸ ਕਰਕੇ ਤੈਨੂੰ ਮੇਰਾ ਕਰੂਰ ਦਰਸ਼ਨ ਹੋ ਰਿਹਾ ਹੈ, ਮੇਰਾ ਵੀ ਤੈਨੂੰ ਦਰਸ਼ਨ ਨਹੀਂ ਹੋਏਗਾ ਜੇ ਤੂੰ ਸੱਚੇ ਸਤਿਗੁਰਾਂ ਦੇ ਦਰਸ਼ਨ ਤੇ ਤਰਕ ਕਰਕੇ ਆਇਆ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸੁਪਨੇ ਦੇ ਵਿੱਚ ਇਸ ਖੇਡਾ ਸੋਇਨੀ ਬ੍ਰਾਹਮਣ ਨੂੰ ਇਹ ਸਭ ਕੁਝ ਦਿਸਿਆ ਹੈ। ਇਸ ਤੋਂ ਉਪਰੰਤ ਇਹ ਕਿਵੇਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆਉਂਦਾ ਹੈ, ਕਿਵੇਂ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਔਰ ਕਿਵੇਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ, ਔਰ ਸਤਿਗੁਰਾਂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਸੱਚਾ ਸੇਵਕ ਬਣਦਾ ਹੈ। ਇਹ ਸਾਰੀ ਆਨੰਦਮਈ ਵਿਚਾਰ ਇਸ ਅਧਿਆਇ ਵਿੱਚ ਆਪਾਂ ਅਗਲੇ ਬੰਦਾਂ ਵਿੱਚ ਇਸੇ ਤਰ੍ਹਾਂ ਸਰਵਣ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਬੈਠ ਕੇ ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਸਾਡੇ ਸਾਰਿਆਂ ਦੇ ਹਿਰਦੇ ਵਸੇ। ਸਤਿਗੁਰੂ ਜੀਓ ਕਿਰਪਾ ਕਰੋ, ਇਸੇ ਤਰ੍ਹਾਂ ਦੀ ਸ਼ਰਧਾ, ਇਸੇ ਤਰ੍ਹਾਂ ਦੀ ਭਾਵਨਾ ਆਪ ਜੀ ਦੇ ਦਰੋਂ ਘਰੋਂ ਸਾਨੂੰ ਪ੍ਰਾਪਤ ਹੋਵੇ।
ਆਪ ਜੀ ਦੇ ਦਰ ਤੇ ਸਾਡਾ ਨਿਸ਼ਚਾ ਬਣੇ। ਆਪ ਜੀ ਦੀ ਬਾਣੀ ਔਰ ਬਾਣੀ ਨੂੰ ਜੀਵਨ ਵਿੱਚ ਕਮਾ ਕੇ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਧੰਨਵਾਦ, ਸਮੂਹ ਸੰਗਤਾਂ ਦਾ ਧੰਨਵਾਦ ਔਰ ਸਾਡੇ ਅਤੀ ਸਤਿਕਾਰਯੋਗ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤਿਨਾਂ ਦੇ ਵਿਦਿਆਰਥੀ ਅਤੀ ਸਤਿਕਾਰਯੋਗ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਦਮਦਮੀ ਟਕਸਾਲ ਜੋਗੀਵਾਲ ਤੋਂ ਵਿਸ਼ੇਸ਼ ਤੌਰ ਤੇ ਜੋ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸੰਗਤ ਵਿੱਚ ਹਾਜ਼ਰੀ ਭਰਦਿਆਂ ਹੋਇਆ ਜੋ ਬਚਨਾਂ ਨੂੰ ਪੜ੍ਹਿਆ ਸੁਣਿਆ ਸਾਡੀ ਹਿਰਦੇ ਵਸੇ। ਵਿਚਾਰ ਕਰਦਿਆਂ ਸਾਧ ਸੰਗਤ ਜੀ ਹੋਈਆਂ ਸਮੂਹ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਮੋਹੇ ਭਗਤ ਕਰਵੇ ਫਲ ਇਹੋ ਹੈ, ਸ਼ਰਧਾ ਯੁਤ ਗੁਰ ਦਰਸ਼ਨ ਲਹੈ। ਨਾਹੇ ਤਾਂ ਮੇਰੀ ਭਗਤ ਨ ਪਾਵੈ, ਗੁਰ ਤੇ ਵੇ ਮੁਖ ਹੋਏ ਦਰਸਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।